ਇਹ ਨਿੱਕੀ ਜੀ ਖੇਡ ਨਹੀਂ ਗੀ, ਇਹਨੂੰ ਵਾਪਸ ਧੱਕਣਾ ਹੈ ਤਾਂ ਸਮਝ ਲਓ ਅਮਰੀਕਾ ਵਾਪਸ ਧੱਕਣਾ। ਅਮਰੀਕਾ ਨੂੰ ਮੋਦੀ ਮਾਦੀ ਕੋਈ ਚੀਜ਼ ਨਹੀਂ ਇਹਦੇ ਚ। ਜਿਹੜੇ ਮੇਰੇ ਵੀਰ ਮੇਰੇ ਨੌਜਵਾਨ ਜਾਂ ਮੇਰੀਆਂ ਭੈਣਾਂ ਇਹ ਕਹਿ ਦਿੰਦੇ ਵੀ ਥੱਕ ਗਏ ਹੁਣ ਤਾਂ ਬਹੁਤ ਦਿਨ ਹੋ ਗਏ ਕੁਛ ਹੋਰ ਕਰੋ, ਭਾਈ ਮੈਨੂੰ ਐਂ ਦੱਸਿਓ ਵੀ 1994 ਤੋਂ ਲੈ ਕੇ ਅਸੀਂ ਹੋਕਾ ਦੇਣ ਲੱਗੇ ਆ, क्योंकि सरकार ने बहुत जोर लाया तुहानू अतवादी साबित करने वास्ते। सरकार ने बहुत जोर लाया तुहानू वखवादी साबित करने वास्ते। इन्ने लंबे संघर्ष नू अज बूर पिया, उस पेड़ नू उस बूटे नू जिहड़ा 30 साल पहला आपां लाउण लगे आ उहनू अज बूर पिया है। अज बूर पिया ते अज बूर झड़ जे अपने पल्ले कख नहीं। तुहाडी शांति दे चर्चे हो रहे ने कि शांति नाल लड़ रहे ने लोग, ते शांति नाल लड़न बैठे लोकां नू छेड़ना बहुत औखा हुंदा है। अगर अंदोलन जितना है तो इन्हां गल्लां ते सतर्क हो जाओ। हर एक ट्राली दे विच एक आदमी दिन रात उत्थे ये ना होवे भी तुसीं सारे इत्थे आ जाओ ਤੇ ਟਰਾਲੀ ਸੁਣਨੀ ਪਈ ਹੋਵੇ। ਦੋਸਤੋ ਆਪਾਂ ਬਹੁਤਾ ਬੋਲਣਾ ਨਹੀਂ, ਮੈਂ ਬੋਲਣ ਵਾਸਤੇ ਨਹੀਂ ਆਇਆ, ਮੈਂ ਤਾਂ ਦੋ ਕੁ ਗੱਲਾਂ ਤੁਹਾਡੇ ਨਾਲ ਸਾਂਝੀਆਂ ਉਹ ਕਰਨੀਆਂ ਜਿਹੜੀਆਂ ਅੱਜ ਬਹੁਤ ਜ਼ਰੂਰੀ ਹੈ ਤੇ ਸਾਂਝੀਆਂ ਕਰਨੀਆਂ ਤੇ ਸੰਭਲਣਾ ਬਹੁਤ ਜ਼ਰੂਰੀ ਹੈ। ਮੈਂ ਖਾਸ ਕਰਕੇ ਆ ਜਿਹੜੇ ਮੇਰੇ ਨੌਜਵਾਨ ਆ ਮੈਂ ਇਹਨਾਂ ਨੂੰ ਬੇਨਤੀ ਕਰਦਾ ਮਾੜੀ ਜੀ ਸੁਣਿਓ ਗੱਲ ਧਿਆਨ ਨਾਲ, ਤੁਹਾਡੇ ਵਾਸਤੇ ਹੈ ਗੱਲ ਇਹ। ਪਿਆਰਿਓ परसों रात नूं सारे जिदा सच्चियों अंदोलन च आए हो, सच्चियों जितण वास्ते आए हो तो गल ते गौर करके समझण दा यतन करो मैं कह की रहा। परसों रात नूं एक बंदा फड़िया सी इत्थों पंडाल चों। उस बंदे ने बहुत आपदियां जिहड़े इरादे है ਉਹ ਖਤਰਨਾਕ ਇਰਾਦੇ ਜ਼ਾਹਰ ਕੀਤੇ ਨੇ ਸਾਡੇ ਕੋਲੇ। ਯਾਰ ਤੁਸੀਂ ਅਨੁਮਾਨ ਲਾ ਕੇ ਵੇਖੋ ਸਾਡੇ ਵਰਗੇ ਬੁੜੇ ਆਦਮੀ ਅਸੀਂ ਰਾਤ ਨੂੰ 2-2 ਵਜੇ ਤੱਕ ਇਹੋ ਜਿਹੇ ਲੋਕਾਂ ਨੂੰ ਭਾਲਦੇ ਤੁਰੇ ਫਿਰਦੇ ਆ। ਤੁਹਾਡੇ ਵਿੱਚੋਂ ਰਾਤ ਨੂੰ ਫੜਿਆ ਉਹ ਬੰਦਾ ਆ ਹੁਣੇ ਸਾਡੀ ਪ੍ਰਸ਼ਾਸਨ ਨਾਲ ਇੱਥੇ ਇਹਨਾਂ ਦਾ ਏਡੀਜੀਪੀ ਆਏ ਸੀਗੇ ਹਰਿਆਣੇ ਦੇ, 2 SSP बैठे ਸੀਗੇ ਉਹਦੇ ਤੇ ਡਿਸਕਸ ਹੋਈ ਆ ਉਸ ਇਸ਼ੂ ਤੇ। ਉਹ ਬੰਦਾ ਮੰਨਿਆ ਕੁਝ ਗੱਲਾਂ ਤਾਂ ਮੈਂ ਤੁਹਾਨੂੰ ਉਹਦੇ ਤੋਂ ਆਗਾਹ ਕਰਨਾ, ਉਹਦੇ ਤੋਂ ਸੁਚੇਤ ਕਰਨਾ ਹੈ। ਮੇਰੇ ਦੋਸਤੋ ਜਿੰਨੇ ਤੁਸੀਂ ਇੱਥੇ ਆਏ ਹੋ ਆਪਦੇ ਕੈਂਪਾਂ ਦੇ ਵਿੱਚ ਆਪਦੀਆਂ ਟਰਾਲੀਆਂ ਦੇ ਵਿੱਚ ਆ 2 ਗੱਲਾਂ 3 ਗੱਲਾਂ ਦਾ ਬਹੁਤ ਧਿਆਨ ਦਿਓ कि कोई तुहाडे ट्राली दे विच सुन्नी वेख के, कोई तुहाडा बालन सुनना पिया वेख के, कोई तुहाडा स्टोर सुनना पिया वेख के कोई इतराजयोग चीज ना उहदे विच रख जे, क्योंकि सरकार ने बहुत जोर लाया तुहानू अतवादी साबित करने वास्ते। सरकार ने बहुत जोर लाया तुहानू वखवादी साबित करने वास्ते। सरकार ने बहुत जोर लाया है थानू माओइस्ट कहने वास्ते। ते कोई किसी तरह का अगर वो जे बंदे जिहड़ा असीं बंदा फड़िया है, ठीक है सरकार कोले गल्लां तरह तरह दी हो सकदा क्योंकि सरकारां दी गल्लां इहो जिहियां हुंदियां। साडे कोले मन्निया कि मेरे कोले हथियार ने, साडा एक गैंग है, ਅਸੀਂ ਇੱਥੇ ਰੈਕੀ ਕਰ ਰਹੇ ਹਾਂ ਤੇ ਅਗਰ ਕੋਈ ਹਥਿਆਰ ਤੁਹਾਡੀ ਟਰਾਲੀ ਦੇ ਵਿੱਚ ਰੱਖਦਾ ਤੇ ਜਿਹੜਾ ਜਿਹਦੀ ਟਰਾਲੀ ਚੋਂ ਫੜਿਆ ਗਿਆ ਫਿਰ ਦੱਸਿਓ ਕਿ ਉਹਨਾਂ ਦੀ ਗੱਲ ਸਾਬਤ ਸਿੱਧ ਨਹੀਂ ਹੋ ਜੂਗੀ ਵੀ ਇਹ ਵਾਕਿਆ ਹੀ ਹਥਿਆਰ ਲਈ ਬੈਠੇ ਨੇ ਇਹਦੇ ਵਿੱਚ। ਸਤਰਕ ਹੋਵੋ। ਅਗਰ ਅੰਦੋਲਨ ਜਿੱਤਣਾ ਹੈ ਤਾਂ ਇਹਨਾਂ ਗੱਲਾਂ ਤੇ ਸਤਰਕ ਹੋ ਜਾਓ। ਹਰ ਇੱਕ ਟਰਾਲੀ ਦੇ ਵਿੱਚ ਇੱਕ ਆਦਮੀ दिन रात उत्थे ये ना होवे भी तुसी सारे इत्थे आ जाओ ते ट्राली सुननी पई होवे।
ਤੁਹਾਡਾ ਉੱਥੇ ਇੱਕ ਆਦਮੀ ਤੁਹਾਡੇ ਲੰਗਰ 'ਚ ਤੁਹਾਡੇ ਪੰਡਾਲ 'ਚ ਹੋਣਾ ਜ਼ਰੂਰੀ ਹੈ। ਰਾਤ ਭਰ ਤੁਹਾਡਾ ਆਦਮੀ ਉੱਥੇ ਜਿਉਂਦਾ ਰਹਿਣਾ ਜਾਗਦਾ ਰਹਿਣਾ ਜ਼ਰੂਰੀ ਹੈ। ਇੱਥੇ ਇੱਕ ਗੱਲ ਦਾ ਹੋਰ ਧਿਆਨ ਰੱਖਿਓ, ਅਗਰ ਤੁਹਾਡੇ ਦਾਲੇ ਬਦਾਲੇ ਕੋਈ ਅਜਿਹੇ ਜਿਹੇ ਵਿਅਕਤੀ ਫਿਰਦੇ ਨੇ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ, ਕਿਰਪਾ ਕਰਕੇ ਤੁਰੰਤ ਸਾਡੇ ਧਿਆਨ 'ਚ ਲਿਆਉਣ ਦਾ ਯਤਨ ਕਰੋ। ਉਹ ਆਦਮੀ ਵੀ ਹੋ ਸਕਦਾ ਹੈ, ਉਹ ਔਰਤ ਵੀ ਹੋ ਸਕਦੀ ਹੈ। ਉਹ ਤੁਹਾਡੇ ਅੰਦੋਲਨ ਨੂੰ ਖਰਾਬ ਕਰਨ ਵਾਸਤੇ, ਤੁਹਾਡੇ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਇਹ ਕੁਝ ਹੋ ਸਕਦਾ ਹੈ। ਮੇਰੇ ਦੋਸਤੋ, ਸਰਕਾਰ ਘਬਰਾ ਚੁੱਕੀ ਹੈ ਕਿਉਂਕਿ ਸਰਕਾਰ ਨੂੰ ਪਤਾ ਲੱਗ ਗਿਆ ਕਿ ਅਸੀਂ ਇਹਨਾਂ ਦਾ ਜਿਹੜਾ ਅੰਦੋਲਨ ਹੈ ਸ਼ਾਂਤਮਈ ਆ, ਵਰਲਡ ਦੇ ਵਿੱਚ ਤੁਹਾਡੀ ਸ਼ਾਂਤੀ ਦੇ ਚਰਚੇ ਹੋ ਰਹੇ ਨੇ ਕਿ ਸ਼ਾਂਤੀ ਨਾਲ ਲੜ ਰਹੇ ਨੇ ਲੋਕ, ਤੇ ਸ਼ਾਂਤੀ ਨਾਲ ਲੜਨ ਬੈਠੇ ਲੋਕਾਂ ਨੂੰ ਛੇੜਨਾ ਬਹੁਤ ਔਖਾ ਹੁੰਦਾ ਹੈ। ਸਰਕਾਰ ਯਤਨ ਕਰ ਰਹੀ ਹੈ ਤੁਹਾਡਾ ਕਲੇਸ਼ ਪਾਉਣ ਦੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦਾ ਕਲੇਸ਼ ਬਣੇ। ਤੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂ ਕਿ ਉਹ ਕਦੇ ਵੀ, ਜੇ ਤੁਹਾਡੇ ਚੋਂ ਕੋਈ ਫੌਜ ਦੇ ਵਿੱਚ ਰਿਹਾ ਹੈ ਨਾ, ਅਫਸਰ ਲਾਈਨ ਦੇ ਵਿੱਚ, ਤਾਂ ਉਹ ਸਮਝੂਗਾ ਇਹ ਗੱਲ ਨੂੰ ਕਿ ਥਿਊਰੀ ਹੁੰਦੀ ਹੈ, ਕਦੇ ਵੀ ਉਹ ਕੰਮ ਨਹੀਂ ਕਰੀਦਾ ਜਿਹੜਾ ਦੁਸ਼ਮਣ ਚਾਹੁੰਦਾ ਹੋਵੇ। ਦੁਸ਼ਮਣ ਇਹ ਚਾਹੁੰਦੇ ਨੇ ਕਿ ਤੁਸੀਂ ਲੋਕਾਂ ਨੂੰ ਤੰਗ ਕਰੋ, ਲੋਕ ਤੁਹਾਡੇ ਖਿਲਾਫ ਖੜੇ ਹੋਣ। ਦੁਸ਼ਮਣ ਇਹ ਚਾਹੁੰਦੇ ਨੇ, ਤੁਹਾਡੇ ਵਿਰੋਧੀ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਹੋ ਹੱਲਾ ਹੋਵੇ, ਇਹ ਅੰਦੋਲਨ ਹਿੰਸਕ ਰੂਪ ਧਾਰਨ ਕਰੇ। ਆਪਾਂ ਸਰਕਾਰ ਦੀ ਪੇਸ਼ ਨਹੀਂ ਜਾਣ ਦਿੱਤੀ, ਸਰਕਾਰ ਘਬਰਾਈ ਹੋਈ ਹੈ। ਘਬਰਾਈ ਹੋਣ ਤੋਂ ਬਾਅਦ ਹੁਣ ਅਜਿਹੇ ਹੱਥ ਕੰਡੇ ਵਰਤ ਰਹੀ ਹੈ ਜਿਹੜੀ ਮੈਂ ਬੇਨਤੀ ਕੀਤੀ ਹੈ। ਮੇਰੀ ਬੇਨਤੀ ਹੈ, ਸਾਰੇ ਜਿੰਨੇ ਇੱਥੇ ਨੌਜਵਾਨ ਖੜੇ ਹੋ, ਇਹ ਨਿਯਮ ਬਣਾ ਲਓ, ਕਸਮ ਖਾ ਲਓ ਕਿ ਅਸੀਂ ਸਰਕਾਰ ਨੂੰ ਕੋਈ ਅਜਿਹਾ ਮੌਕਾ ਨਹੀਂ ਦੇਵਾਂਗੇ। ਨਿਯਮ ਬਣਾ ਲਓ ਕਿ ਟਰਾਲੀਆਂ ਦੇ ਕੋਲੇ ਪਹਿਰੇ ਅਸੀਂ ਖੁਦ ਦੇਵਾਂਗੇ। ਕੋਈ ਸਰਕਾਰਾਂ ਦੇ ਪਹਿਰੇ ਤੇ ਸਰਕਾਰਾਂ ਦੀਆਂ ਰਾਖੀਆਂ ਤੇ ਆਪਾਂ ਕਾਮਯਾਬ ਨਹੀਂ ਹੋ ਸਕਣਾ। ਇਹ ਰਾਖੀ ਆਪਾਂ ਨੂੰ ਆਪਣੀ ਆਪ ਨੂੰ ਕਰਨੀ ਪੈਣੀ ਹੈ ਅਗਰ ਅੰਦੋਲਨ ਜਿੱਤਣਾ ਹੈ। ਤਾਂ ਜਿਵੇਂ ਲੱਖਾ ਗੱਲ ਕਰਕੇ ਗਿਆ, ਬਹੁਤ ਵਧੀਆ ਗੱਲ ਕਹਿ ਕੇ ਗਿਆ ਉਹ। ਇਹ ਅੰਦੋਲਨ ਚਾਚਾ ਅਜੀਤ ਸਿੰਘ ਨੇ ਬਹੁਤ ਲੰਬਾ ਅੰਦੋਲਨ ਲੜਿਆ ਵਾ ਇਸੇ ਗੱਲ ਦੇ ਉੱਤੇ। ਇਹ ਲੜਾਈ ਕਿਤੇ ਆਏ ਨਾ ਸਮਝ ਲਿਓ ਵੀ ਇਹ ਲੜਾਈ ਟਾਈਮ ਟੂਮ ਦੱਸੋ, ਟਾਈਮ ਜਾਣ ਕੇ ਇਹ ਲੜਾਈ ਕਿਤੇ ਇਹ ਨਾ ਸਮਝ ਲਿਓ ਵੀ ਸਾਡੀ ਮੋਦੀ ਖਿਲਾਫ ਲੜਾਈ ਆ। ਮੋਦੀ ਖਿਲਾਫ ਨਹੀਂ ਲੜਾਈ, ਇਹ ਲੜਾਈ ਨੀਤੀਆਂ ਦੇ ਖਿਲਾਫ ਹੈ, ਨੀਤੀਆਂ ਦੇ। ਮੈਂ ਇੱਕ ਦਿਨ ਨਹਾਈ ਜਾਵਾਂ, ਉੱਥੇ ਬੀਬੀਆਂ ਚਲੀਆਂ ਗਈਆਂ। ਅੰਕਲ ਜੀ ਦੋ ਗੱਲਾਂ ਕਰਨੀਆਂ। ਮੈਂ ਕਿਹਾ ਬੈਠੋ ਬੀਬਾ ਕਰਦੇ ਆ। ਤੇ ਬੀਬੀ ਨੇ ਗੱਲ ਪਤਾ ਕੀ ਕੀਤੀ, ਜਿਹੜੀ ਲੱਖਾ ਸੋ ਕਰਕੇ ਗਿਆ। ਉਹ ਪਤਾ ਕੀ ਕਹਿੰਦੀਆਂ ਅੰਕਲ ਜੀ ਕੁਝ ਬਦਲੋ। ਲੋਕ ਨਾ ਥੱਕੇ ਜੇ ਪਏ ਆ, ਲੋਕ ਮਾਯੂਸ ਜੇ ਹੋਏ ਪਏ ਨੇ ਵੀ ਪਤਾ ਨਹੀਂ ਕੀ ਗੱਲ ਹੈ, ਅੱਗੇ ਕਿਉਂ ਨਹੀਂ ਤੁਰਦੀ ਗੱਲ। ਹੁਣ ਮੈਂ ਇਹਦੇ ਤੇ ਗੱਲ ਦੱਸਣੀ ਚਾਹੁੰਦਾ, ਮਾੜੀ ਜੀ ਧਿਆਨ ਦੇ ਕੇ ਸੁਣਿਓ। ਇਹ ਜਿਹੜਾ ਕਾਨੂੰਨ ਆਇਆ, ਮੈਂ ਇੱਕ ਦਿਨ ਪਹਿਲਾਂ ਵੀ ਗੱਲ ਥੋੜੀ ਜੀ ਕਰ ਗਿਆ ਸੀਗਾ। ਇਹ ਜਿਹੜੇ ਕਾਨੂੰਨ ਆਏ ਨੇ, ਇਹ ਗੈਟ ਦੇ ਵਿੱਚੋਂ ਨਿਕਲ ਕੇ ਆਏ ਨੇ। ਇਹਨਾਂ ਕਾਨੂੰਨਾਂ ਦਾ ਜਨਮਦਾਤਾ ਗੈਟ ਆ, ਗੈਟ। ਤੇ ਗੈਟ ਦੇ ਉੱਤੇ ਸਾਈਨ ਹੋਏ ਆ 15 ਦਸੰਬਰ 1994 ਨੂੰ। ਤੇ ਸਾਡੇ ਵਰਗੇ ਜਿਨ੍ਹਾਂ ਦੀ ਜਿੰਨੀ ਸਮਝ ਸੀ ਉਦੋਂ ਤੋਂ ਲੜਦੇ ਆ ਰਹੇ ਆ ਤੁਹਾਨੂੰ ਜਗਾਉਣ ਵਾਸਤੇ। ਜਾਗੋ ਲੋਕੋ, ਜ਼ਮੀਨ ਜਾਊਗੀ। ਜਾਗੋ ਜਾਗੋ ਲੋਕੋ, ਜ਼ਮੀਨ ਜਾਊਗੀ। ਗੈਟ ਆ ਗਿਆ, ਜ਼ਮੀਨ ਜਾਊਗੀ। ਆਪਾਂ ਨਹੀਂ ਜਾਗੇ, ਜਾਂ ਮੈਂ ਕਹੂੰਗਾ ਸਾਡੇ ਕਿਤੇ ਗੱਲ ਸਮਝਾਉਣ 'ਚ ਫਰਕ ਰਿਹਾ ਹੋਣਾ, ਅਸੀਂ ਨਹੀਂ ਸਮਝਾ ਸਕੇ। ਅੱਜ ਤੁਸੀਂ ਜਾਗੇ ਹੋ, ਸਿਰਫ ਉਦੋਂ ਆ ਕੇ ਜਾਗੇ ਹੋ ਜਦੋਂ ਅਗਲਿਆਂ ਨੇ ਗੱਲ ਫੜ ਲਿਆ। ਜਾਗੇ ਹਨ ਉਦੋਂ ਜਾਗੇ ਜਦੋਂ ਜਮਾਂ ਅਗਲਿਆਂ ਨੇ ਗੱਲ ਫੜ ਲਿਆ ਕੇ। ਜੇ ਕਿਤੇ ਇਹੀ ਉਦੋਂ ਜਾਗੇ ਹੁੰਦੇ ਤਾਂ ਮੇਰਾ ਖਿਆਲ ਹੈ ਇੱਦਾਂ ਵੱਡਾ ਅੰਦੋਲਨ ਨਹੀਂ ਸੀ ਲੜਨਾ ਪੈਣਾ ਜਿੰਨਾ ਹੁਣ ਆਪਾਂ ਨੂੰ ਲੜਨਾ ਪੈ ਰਿਹਾ ਹੈ। ਤਾਂ ਮੇਰੀ ਬੇਨਤੀ ਆ ਵੀਰੋ, ਗੈਟ ਦੇ ਮਗਰ ਮਨਸ਼ਾ ਕੀ ਦੀ, ਅਮਰੀਕਾ ਵਰਗੇ ਦੇਸ਼ਾਂ ਦੀ ਤੁਹਾਡੀ ਜ਼ਮੀਨ ਲੈਣ ਦੀ ਤਿਆਰੀ ਉਹਨਾਂ ਵੱਲੋਂ ਹੈ।
ਇਹ ਨਿੱਕੀ ਜੀ ਖੇਡ ਨਹੀਂ ਗੀ। ਇਹਨੂੰ ਵਾਪਸ ਧੱਕਣਾ ਹੈ ਤਾਂ ਸਮਝ ਲਓ ਅਮਰੀਕਾ ਵਾਪਸ ਧੱਕਣਾ। ਅਮਰੀਕਾ ਨੂੰ ਮੋਦੀ ਮਾਦੀ ਕੋਈ ਚੀਜ਼ ਨਹੀਂ ਇਹਦੇ 'ਚ। ਅਮਰੀਕਾ ਨੂੰ ਵਾਪਸ ਧੱਕਣ ਵਾਲੀ ਲੜਾਈ ਹੈ। ਇਸ ਕਰਕੇ ਇਹ ਅੰਦੋਲਨ ਮੈਂ ਬੇਨਤੀ ਕਰਾਂ, ਜਿਹੜੇ ਮੇਰੇ ਵੀਰ, ਮੇਰੇ ਨੌਜਵਾਨ ਜਾਂ ਮੇਰੀਆਂ ਭੈਣਾਂ ਇਹ ਕਹਿ ਦਿੰਦੇ ਵੀ ਥੱਕ ਗਏ, ਹੁਣ ਤਾਂ ਬਹੁਤ ਦਿਨ ਹੋ ਗਏ, ਕੁਛ ਹੋਰ ਕਰੋ। ਭਾਈ ਮੈਨੂੰ ਐਂ ਦੱਸਿਓ ਬਈ 1994 ਤੋਂ ਲੈ ਕੇ ਅਸੀਂ ਹੋਕਾ ਦੇਣ ਲੱਗੇ ਆ। ਤੁਸੀਂ ਥੋੜਾ ਸਾਥ ਦਿੱਤਾ, ਤੁਸੀਂ ਬਹੁਤਾ ਸਾਥ ਦਿੱਤਾ, ਜਿੰਨਾ ਵੀ ਦਿੱਤਾ ਉਨਾ ਹੀ ਪ੍ਰਵਾਨ ਰਿਹਾ। ਉਹ ਭੁੱਲਿਓ ਅਸੀਂ ਤਾਂ ਥੱਕੇ ਨਹੀਂ। ਲਗਭਗ 30 ਸਾਲ ਹੋ ਗਏ ਅਸੀਂ ਨਹੀਂ ਥੱਕੇ। ਸਾਨੂੰ ਪਤਾ ਲੱਗਿਆ ਕਿ ਅੱਜ ਇੰਨੇ ਲੰਬੇ ਸੰਘਰਸ਼ ਨੂੰ ਅੱਜ ਬੂਰ ਪਿਆ। ਅੱਜ ਉਸ ਪੇੜ ਨੂੰ, ਉਸ ਬੂਟੇ ਨੂੰ ਜਿਹੜਾ 30 ਸਾਲ ਪਹਿਲਾਂ ਆਪਾਂ ਲਾਉਣ ਲੱਗੇ ਆ, ਉਹਨੂੰ ਅੱਜ ਬੂਰ ਪਿਆ ਹੈ। ਅੱਜ ਬੂਰ ਪਿਆ ਤੇ ਅੱਜ ਬੂਰ ਝੜ ਜੇ ਆਪਣੇ ਪੱਲੇ ਕੱਖ ਨਹੀਂ। ਕਿਉਂ ਵੀ ਦੋਸਤੋ, ਸਹਿਮਤ ਹੋ ਇਸ ਗੱਲ ਨਾਲ? ਤਾਂ ਇਸ ਕਰਕੇ ਇਹ ਬੂਰ ਝੜਨ ਨਹੀਂ ਦੇਣਾ। ਜਿਹੜਾ ਵੀ ਵਿਅਕਤੀ, ਮੈਂ ਲਾਸਟ ਦੇ ਉੱਤੇ ਇੱਕ ਬੇਨਤੀ ਕਰਨੀ ਹੈ, ਕਿਉਂਕਿ ਮੈਨੂੰ ਇਹ ਤਾਂ ਕਹਿਣੀ ਪੈ ਰਹੀ ਹੈ ਕਿ ਪਿੱਛੋਂ ਕੁਝ ਹੋ ਰਹੀਆਂ ਗੱਲਾਂ ਇਹੋ ਜਿਹੀਆਂ। ਸਾਡੇ ਅੰਦੋਲਨ ਨੂੰ ਹਿੰਸਕ ਕਰਨ ਵਾਸਤੇ, ਸਾਡੇ ਨੌਜਵਾਨਾਂ ਨੂੰ ਭੜਕਾਉਣ ਵਾਸਤੇ ਇਹ ਯਤਨ ਹੋ ਰਿਹਾ ਹੈ। ਤੇ ਜੇ ਇਹ ਯਤਨ ਹੁੰਦਾ, ਜਿਹੜਾ ਜੇ ਇਹ ਭੜਕ ਗਿਆ ਅੰਦੋਲਨ ਫੇਲ ਹੋ ਗਿਆ, ਤੇ ਫਿਰ ਸਮਝ ਲਓ ਵੀ ਬੂਟੇ ਦਾ ਬੂਰ ਝੜ ਗਿਆ ਕਿ ਨਾ ਝੜ ਗਿਆ। ਕਿਉਂ ਵੀ ਦੱਸ ਸੱਜਣੋ, ਇਸ ਕਰਕੇ ਮੇਰੇ ਨਾਲ ਇੱਕ ਇਮਾਨਦਾਰੀ ਨਾਲ ਮੈਂ ਇਸ ਗੱਲ ਨਾਲ ਸਹਿਮਤ ਹਾਂ ਤਾਂ ਹੱਥ ਖੜੇ ਕਰਿਓ ਕਿ ਦੱਸਿਓ ਕਿ ਬਿਲਕੁਲ ਕਿਸੇ ਨੂੰ ਅਜਿਹੀ ਹਰਕਤ ਕਰਨ ਦਾ ਮੌਕਾ ਨਹੀਂ ਦੇਣਾ ਚਾਹੀਦਾ। ਬਹੁਤ ਬਹੁਤ ਧੰਨਵਾਦ। ਸੰਭਲੋ, ਸੰਭਾਲ ਕੇ ਲੜਾਂਗੇ, ਜਿੱਤਾਂਗੇ। ਮੈਂ ਵਾਅਦੇ ਨਾਲ ਗੱਲ ਕਰਦਾ ਤੁਹਾਡੇ ਨਾਲ, ਬਿਲਕੁਲ ਕਿਤੇ ਕੋਈ ਕੁਤਾਹੀ ਨਹੀਂ ਰਹਿਣ ਦੇਵਾਂਗੇ। ਇਹ ਲੜਾਈ ਜਿੱਤਣ ਵਾਸਤੇ ਆਏ ਆ। ਮੈਂ ਅੱਗੇ ਵੀ ਬਹੁਤ ਵਾਰੀ ਗੱਲ ਕੀਤੀ ਹੈ, ਮੈਂ ਕਿਸੇ ਲੀਡਰੀ ਚਮਕਾਉਣ ਵਾਸਤੇ ਨਹੀਂ ਆਇਆ ਇੱਥੇ। ਮੈਂ ਆਪਦਾ ਪੁੱਤ ਤੇ ਆਪਦਾ ਪੋਤਰਾ ਜਿਉਂਦਾ ਰੱਖਣ ਵਾਸਤੇ ਆਇਆ ਇੱਥੇ। ਆ ਜਿੰਨੇ ਇੱਥੇ ਬੈਠੇ ਨੇ ਸਾਰੇ ਆਪਦੇ ਬੱਚੇ ਜਿਉਂਦੇ ਰੱਖਣ ਲਈ ਆਏ ਨੇ। ਤੁਸੀਂ ਜਿੰਨੇ ਇੱਥੇ ਆਏ ਹੋ ਸਾਰੇ ਆਪਦੀ ਔਲਾਦ ਨੂੰ ਜਿਉਂਦੇ ਰੱਖਣ ਲਈ ਆਏ ਹੋ। ਇਸ ਕਰਕੇ ਕਿਸੇ ਦੀ ਜ਼ਰੂਰਤ ਨਹੀਂ ਕਿ ਤੁਹਾਡੇ ਅੰਦੋਲਨ ਦੇ ਨਾਲ ਕੋਈ ਤਾਰ ਪੀੜੋ ਕਰ ਜਾਏ, ਕੋਈ ਗੜਬੜ ਕਰ ਜਾਏ। ਜਿੱਤਾਂਗੇ, ਹਰ ਹਾਲ ਦੇ ਵਿੱਚ ਜਿੱਤਾਂਗੇ, ਪਰ ਸ਼ਾਂਤੀ ਬਣਾ ਕੇ ਰੱਖਣੀ ਪੈਣੀ ਹੈ। ਅਗਰ ਸ਼ਾਂਤੀ ਛੱਡ ਗਏ ਅੰਦੋਲਨ ਹਾਰ ਜਾਾਂਗੇ। ਮੈਂ ਅੱਗੇ ਵੀ ਬੇਨਤੀਆਂ ਕੀਤੀਆਂ, ਮੇਰੇ ਵੀਰੋ ਸੁਚੇਤ ਹੋਣਾ ਹੈ, ਸੁਚੇਤ ਹੋਣਾ ਹੈ। ਉਹਨਾਂ ਲੋਕਾਂ ਦੀ ਹੁਣ ਪਛਾਣ ਤੁਸੀਂ ਕਰਨੀ ਹੈ। ਆਪਾਂ ਨੂੰ ਅੱਗੇ ਨਾਲੋਂ ਜ਼ਿੰਮੇਵਾਰੀ, ਅੱਗੇ ਮੈਂ ਬੋਲ ਕੇ ਜਾਂਦਾ ਸੀ ਤੇ ਇਹ ਕਹਿੰਦਾ ਸੀ ਵੀ ਆਪਣੇ ਆਂਢ ਗੁਆਂਢ ਵਾਲਿਆਂ ਨੂੰ ਪਛਾਣੋ, ਵੀ ਤੁਹਾਡੇ ਗੁਆਂਢ ਖੜਾ ਜਿਹੜਾ ਬੰਦਾ ਕੌਣ ਹੈ, ਕਿਹੋ ਜਿਹਾ ਹੈ। ਪਰ ਹੁਣ ਅਸੀਂ ਫੜ ਲਿਆ, ਸਾਨੂੰ ਪਤਾ ਲੱਗ ਗਿਆ ਕਿ ਅੱਗੇ ਸ਼ੱਕ ਸੀ ਤੇ ਹੁਣ ਤਸੱਲੀ ਹੋ ਗਈ ਵੀ ਇਹ ਕੁਝ ਹੋ ਰਿਹਾ ਹੈ। ਸਾਡੇ ਅੰਦੋਲਨ ਨੂੰ ਬਦਨਾਮ ਕਰਨ ਦਾ ਯਤਨ ਹੋ ਰਿਹਾ ਹੈ। ਇਹ ਨਹੀਂ ਹੋਣ ਦੇਣਾ, ਇਹਨੂੰ ਬਚਾ ਕੇ ਰੱਖਣਾ ਹੈ। ਧੰਨਵਾਦ ਦੋਸਤੋ, ਬਹੁਤ ਬਹੁਤ ਮਿਹਰਬਾਨੀ। ਸ਼ਾਂਤੀ ਬਣਾ ਕੇ ਰੱਖਣੀ ਹੈ। ਲਾਸਟ ਤੇ ਦੱਸਿਓ ਇੱਕ ਵਾਰੀ, ਸ਼ਾਂਤੀ ਬਣਾ ਕੇ ਰੱਖਣ 'ਚ ਕਿੰਨੇ ਕੁ ਸਹਿਮਤ ਹੋ? ਬੁਲਾਤ ਖੜਾ ਕਰਕੇ ਦੱਸਿਓਗਾ। ਸਹਿਮਤ ਹੋ? ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।